ਤੇ ਹੁਣ ਸਵੇਰ ਵਾਲਾ ਸ਼ੋ ਵਿਜੇ ਸੈਣੀ ਦੇ ਨਾਲ। BC ਦੇ ਫਾਈਨੈਂਸ ਮਿਨਿਸਟਰ ਕੈਰਲ ਜੇਮਸ ਉਹਨਾਂ ਨੇ ਕੱਲ੍ਹ ਇਹ ਗੱਲ ਸਾਫ਼ ਕੀਤੀ, ਕਹਿੰਦੇ ਕਿ ਸਾਡਾ ਜਿਹੜਾ ਰਿਕਵਰੀ ਪਲਾਨ ਹਾਂ ਉਹਦਾ ਜਿਹੜਾ ਫੋਕਸ ਵਰਕਰਸ ਨੇ ਜੀ, ਨਾਟ ਇਨਫਰਾਸਟਰਕਚਰ ਪ੍ਰੋਜੈਕਟਸ ਜੀ, ਕਿਉਂਕਿ ਦੋ ਤਰੀਕੇ ਹੁੰਦੇ ਆ ਹਾਂ ਕਿ ਇੱਕ ਤਾਂ ਹੁੰਦਾ ਬਾਟਮ ਅਪ, ਇੱਕ ਹੁੰਦਾ ਟ੍ਰਿਕਲ ਡਾਊਨ, ਰਾਈਟ। ਹਾਂ ਤੇ ਸਾਫ਼ ਕਰ ਦਿੱਤਾ ਕੱਲ ਕੈਰਲ ਜੇਮਸ ਨੇ, ਕਹਿੰਦੇ ਕਿ ਸਾਡੀ ਜਿਹੜੀ ਅਪਰੋਚ ਆ ਉਹ ਬਾਟਮ ਅਪ ਹੈ। ਉਹਦੇ ਵਿੱਚ ਕੀ ਆ ਕਿ ਕਹਿੰਦੇ ਵੀ ਜਿਹੜਾ ਇਮੀਡੀਏਟ ਤੇ ਸ਼ਾਰਟ ਟਰਮ ਰਿਲੀਫ ਆ ਉਹ ਲੋਕਾਂ ਨੂੰ ਪ੍ਰਦਾਨ ਕੀਤਾ ਜਾਣਾ ਬਹੁਤ ਜ਼ਰੂਰੀ ਆ। ਐਗਜ਼ੈਕਟਲੀ। ਹੁਣ ਕਹਿੰਦੇ ਵੀ ਜਿਨ੍ਹਾਂ ਦੀ ਨੌਕਰੀ ਜਾਂਦੀ ਲੱਗੀ ਆ, ਕੋਈ ਇਹ ਜ਼ਰੂਰੀ ਨਹੀਂ ਕਿ ਮੰਨ ਲਓ ਜੇ ਇਨਫਰਾਸਟਰਕਚਰ ਪ੍ਰੋਜੈਕਟਸ ਦੇ ਵਿੱਚ ਇਨਵੈਸਟਮੈਂਟ ਸ਼ੁਰੂ ਹੋ ਜਾਵੇ ਤਾਂ ਇੱਕ ਪਰਟੀਕੂਲਰ ਦਾਇਰੇ ਦੇ ਲੋਕ ਨੇ, ਪਰਟੀਕੂਲਰ ਪ੍ਰੋਫੈਸ਼ਨ ਦੇ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਜੋਬ ਓਪਰਚੁਨਿਟੀਜ਼ ਮਿਲਣਗੀਆਂ। ਬਟ ਵਾਟ ਅਬਾਊਟ ਅਦਰਸ? ਫਿਰ ਉਹਨਾਂ ਨੇ ਮਿਸਾਲ ਦਿੰਦੇ ਹੋਏ ਗੱਲ ਕੀਤੀ, ਕਹਿੰਦੇ ਦੇਖੋ ਜ਼ਿਆਦਾ ਢਾਹ ਇਸ ਪੈਂਡੈਮਿਕ ਕਰਕੇ ਕਿਹੜੇ ਸੈਕਟਰਸ ਨੂੰ ਲੱਗੀ ਆ? ਰੀਟੇਲ ਨੂੰ, ਹੌਸਪਿਟੈਲਿਟੀ ਨੂੰ ਅਤੇ ਰੈਸਟੋਰੈਂਟ ਇੰਡਸਟਰੀ ਨੂੰ। ਅਤੇ ਕਹਿੰਦੇ ਵੀ ਇਸ ਫੀਲਡ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਕੰਮ ਕਰਦੇ ਨੇ ਉਹ ਕਿਹੜੇ ਉਮਰ ਵਰਗ ਦੇ ਹੁੰਦੇ ਨੇ? 18 ਤੋਂ 30 ਸਾਲ ਵਾਲੇ। ਅਤੇ ਕਹਿੰਦੇ 18 ਤੋਂ 30 ਸਾਲ ਵਾਲਿਆਂ ਨੂੰ ਇਸ ਪੈਂਡੈਮਿਕ ਦੇ ਪ੍ਰਕੋਪ ਤੋਂ ਉੱਭਰਨ ਦੇ ਵਿੱਚ ਕਈ ਸਾਲ ਲੱਗ ਸਕਦੇ ਨੇ। ਉਹਨਾਂ ਨੂੰ ਡਾਇਰੈਕਟ ਮਦਦ ਮੁਹੱਈਆ ਕਰਵਾਉਣ ਦੀ ਜ਼ਰੂਰਤ ਪਏਗੀ। ਐਗਜ਼ੈਕਟਲੀ। ਤੁਸੀਂ ਵਿਜੇ ਹੁਣ ਕਿਸੇ ਸੈਕਟਰ ਨੂੰ ਬਹੁਤ ਜ਼ਿਆਦਾ, ਤੁਸੀਂ ਫਰਜ਼ ਕਰੋ ਕਿ ਟੂਰਿਜ਼ਮ ਸੈਕਟਰ ਜਾਂ ਫਿਰ ਹੌਸਪਿਟੈਲਿਟੀ ਸੈਕਟਰ, ਉਹਨਾਂ ਨੂੰ ਤੁਸੀਂ ਮਦਦ ਮੁਹੱਈਆ ਕਰਾਤੀ, ਉਹਨਾਂ ਨੇ ਆਪਣੇ ਹੋਟਲਸ ਨੂੰ ਬਹੁਤ ਵਧੀਆ ਰੀਫਰਬਿਸ਼ ਕਰ ਲਿਆ। ਕਰੈਕਟ। ਉੱਥੇ ਆ ਕੇ ਰਹਿਣਾ ਕਿਹਨੇ ਹੈ? ਹਾਂ, ਉੱਥੇ ਆ ਕੇ ਗੈਸਟ ਨੇ ਰਹਿਣਾ। ਜੇ ਗੈਸਟ ਦੀ ਜੌਬ ਚਲੇ ਜਾਏਗੀ, ਉਹਦੇ ਕੋਲ ਪੈਸੇ ਹੀ ਹੈ ਨਹੀਂ ਕਮਰੇ ਦਾ ਕਿਰਾਇਆ ਦੇਣ ਲਈ, ਤੇ ਹੋਟਲ ਤਾਂ ਖਾਲੀ ਪਿਆ ਨਾ, ਇੰਡਸਟਰੀ ਚੱਲੇਗੀ ਕਿਵੇਂ? ਐਬਸੋਲੂਟਲੀ। ਅਸੀਂ ਆਈ ਥਿੰਕ ਇੱਕ ਦਿਨ ਪਹਿਲਾਂ ਵੀ ਗੱਲ ਅਸੀਂ ਇਹਦੇ ਬਾਰੇ ਜ਼ਿਕਰ ਕੀਤਾ ਸੀ ਕਿ ਜਦੋਂ 2008-2009 ਦਾ ਕ੍ਰਾਈਸਿਸ ਆਇਆ ਸੀ ਨਾ, ਉਦੋਂ ਜਿਹੜੇ ਪੈਸੇ ਦਿੱਤੇ ਗਏ ਸੀ ਉਹ ਜ਼ਿਆਦਾ ਕਾਰਪੋਰੇਸ਼ਨਸ ਨੂੰ ਦੇ ਦਿੱਤੇ ਗਏ ਸੀ। ਕਾਰਪੋਰੇਸ਼ਨਸ ਨੂੰ ਜਦੋਂ ਪੈਸੇ ਦਿੱਤੇ ਗਏ ਉਹਦੀ ਮੁਖਾਲਫਤ ਬਹੁਤ ਹੋਈ ਕਿਉਂਕਿ ਆਮ ਲੋਕਾਂ ਤੱਕ ਉਹ ਬੈਨੀਫਿਟ ਪਹੁੰਚਿਆ ਨਹੀਂ। ਹੁਣ ਐਤਕੀ ਜਿਹੜਾ ਸਾਰੀ ਅਪਰੋਚ ਹੈ ਸਰਕਾਰ ਦੀ, ਉਹਦੇ 'ਚ ਕੀ ਹੈ ਕਿ ਲੋਕਾਂ ਨੂੰ ਤੇ ਗ੍ਰਾਂਟ ਹੈ ਅਤੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਕਰਜ਼ੇ ਨੇ, ਉਹਨਾਂ ਨੂੰ ਲੋਨਸ ਨੇ, ਅਤੇ ਈਵਨ ਜਿਹੜੇ ਕਰਜ਼ੇ ਵੀ ਦਿੱਤੇ ਜਾ ਰਹੇ ਨੇ ਜੀ। ਹੁਣ ਜਿਹੜਾ ਹੁਣੇ ਅਨਾਊਂਸ ਕੀਤਾ ਬਿਲ ਮੋਡਨੋ ਨੇ, ਜਿਹੜਾ ਫੈਡਰਲ ਲੈਵਲ 'ਤੇ ਲਾਰਜ ਐਮਪਲੋਇਰ ਐਮਰਜੈਂਸੀ ਫਾਈਨੈਂਸਿੰਗ ਫੈਸਿਲਿਟੀ, ਉਹਦੇ ਵਿੱਚ ਵੀ ਇੱਕ ਸ਼ਰਤ ਰੱਖੀ ਗਈ ਹੈ ਕਿ ਇਹ ਹੁਣ ਹੈ ਤਾਂ ਇਹ ਕਰਜ਼ਾ ਹੀ, ਕਹਿੰਦੇ ਇਹ ਕਰਜ਼ਾ ਵੀ ਸਿਰਫ ਬ੍ਰਿਜਿੰਗ ਕਰਜ਼ਾ ਹੈ, ਅਤੇ ਇਹਦੇ ਵਿੱਚ ਤੁਸੀਂ ਇਹ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਵੱਡੀਆਂ ਕੰਪਨੀਆਂ ਲਈ ਹੈਗਾ ਜਿਨ੍ਹਾਂ ਦਾ $300 ਮਿਲੀਅਨ ਤੋਂ ਵੱਧ ਰੈਵਨਿਊ ਹੈ ਐਨੂਅਲ, ਅਤੇ ਜਿਨ੍ਹਾਂ ਨੇ ਘੱਟੋ ਘੱਟ 60 ਮਿਲੀਅਨ ਦਾ ਲੋਨ ਅਪਲਾਈ ਕਰਨਾ। ਅਪਰ ਲਿਮਿਟ ਕੋਈ ਨਹੀਂ ਹੈ, 60 ਮਿਲੀਅਨ ਘੱਟੋ ਘੱਟ ਹੋਵੇ। ਉਹਨਾਂ ਦੇ ਇਹਦੇ ਵਿੱਚ ਵੀ ਉਹਨਾਂ ਨੇ ਸ਼ਰਤ ਰੱਖੀ ਹੈ, ਕਹਿੰਦੇ ਕਿ ਤੁਸੀਂ ਆਪਣੇ ਐਗਜ਼ੈਕਟਿਵਸ ਨੂੰ ਐਕਸੈਸਿਵ ਪੇ ਦੇਣ ਦੇ ਲਈ ਇਹ ਕਰਜ਼ੇ ਨਹੀਂ ਲੈ ਸਕਦੇ। ਜਿਹੜੇ ਤੁਹਾਡਾ ਬਾਟਮ ਲਾਈਨ ਜਿਹੜਾ ਵਰਕਰ ਹੈ ਉਹਨੂੰ ਤੁਸੀਂ ਕਹਿੰਦੇ ਇਹ ਹੈਲਪ ਕਰਨ ਲਈ ਜਾਂ ਆਪਣੀ ਕੰਪਨੀ ਨੂੰ ਸਸਟੇਨ ਕਰਨ ਦੇ ਲਈ ਤੁਸੀਂ ਇਹ ਕਰਜ਼ਾ ਲੈ ਸਕਦੇ ਹੋ। ਨਾਲ ਹੀ ਵਾਸੂ ਇਸ ਕਰਜ਼ੇ ਦੇ ਨਾਲ ਇੱਕ ਹੋਰ ਸ਼ਰਤ ਵੀ ਜੋੜੀ ਗਈ ਹੈ ਜਿਹੜੀ ਮੇਰੇ ਖਿਆਲ ਲਿਬਰਲ ਸਰਕਾਰ ਦਾ ਜਿਹੜਾ ਆਪਣਾ ਏਜੰਡਾ ਹੈ ਨਾ ਉਹਦੇ ਨਾਲ ਉਹ ਟਾਈ ਇਨ ਹੁੰਦੀ ਆ, ਕਿਉਂਕਿ ਉਹ ਇੱਕ ਪੋਲੀਟੀਕਲ ਸਟਰੋਕ ਮਾਰਿਆ ਗਿਆ ਇੱਥੇ, ਕਿਉਂਕਿ ਸਰਕਾਰ ਨੇ ਪਾਈਪਲਾਈਨ ਖਰੀਦ ਲਈ, ਐਨਵਾਇਰਮੈਂਟਲਿਸਟ ਨਾਰਾਜ਼ ਹੋ ਗਏ। ਹੁਣ ਕਹਿੰਦੇ ਪਾਈਪਲਾਈਨ ਬਣਾਵਾਂਗੇ, ਐਨਵਾਇਰਮੈਂਟਲਿਸਟ ਦੇ ਹੋਰ ਮੂੰਹ ਫੁੱਲ ਗਏ। ਅਤੇ ਇਹਨਾਂ ਨੇ ਹੁਣ ਕੀ ਕੀਤਾ, ਇਹ ਕਹਿੰਦੇ ਕਿ ਤੁਸੀਂ ਆਪਣੀ ਜਿਹੜਾ ਕਰਜ਼ਾ ਜਦੋਂ ਲੈਣਾ, ਤੁਹਾਨੂੰ ਇੱਕ ਐਨਵਾਇਰਮੈਂਟ ਪਲਾਨ ਬਾਰੇ ਕਮਿਟਮੈਂਟ ਦੇਣੀ ਪਏਗੀ ਵੀ ਤੁਸੀਂ ਐਨਵਾਇਰਮੈਂਟ ਪਲਾਨ ਪ੍ਰਤੀ ਆਪਣੀ ਕਿਹੜੀ ਵਚਨਬੱਧਤਾ ਦਰਸਾ ਰਹੇ ਹੋ ਅਤੇ ਉਹ 'ਤੇ ਕਿਵੇਂ ਕੰਮ ਕਰੋਗੇ। ਐਗਜ਼ੈਕਟਲੀ। ਕਿਉਂਕਿ ਵਿਜੇ ਹੁਣ ਲਿਬਰਲ ਸਰਕਾਰ 'ਤੇ ਦਬਾਅ ਬਹੁਤ ਵੱਧ ਰਿਹਾ ਕਿ ਨਾਓ ਦੇ ਨੀਡ ਟੂ ਸਟੈਂਡ ਅਪ। ਆ ਜਿਹੜਾ ਸਾਰਾ ਪੈਂਡੈਮਿਕ ਵਾਲੀ ਸਿਚੁਏਸ਼ਨ ਆ, ਕਹਿੰਦੇ ਇਹਨੂੰ ਯੂਜ਼ ਕਰਨਾ ਚਾਹੀਦਾ ਸਰਕਾਰ ਨੂੰ ਟੂ ਮੂਵ ਅਵੇ ਫਰੋਮ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ ਟੂ ਰੀਨਿਊਬਲਸ, ਕਿਉਂਕਿ ਗਵਰਨਮੈਂਟ ਦਾ ਬਹੁਤ ਜ਼ਿਆਦਾ ਜ਼ੋਰ ਸੀਗਾ ਇਲੈਕਸ਼ਨ ਦੇ ਦੌਰਾਨ ਇਸ ਗੱਲ 'ਤੇ ਕਿ ਅਸੀਂ ਵੀ ਸਟੈਂਡ ਫॉर ਕਲਾਈਮੇਟ। ਵਾਸੂ 2015 ਦੀਆਂ ਵੋਟਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਲਾਈਮੇਟ ਪੱਖੀ ਲੋਕ ਸੀ, ਜਿਹੜੇ ਐਨਵਾਇਰਮੈਂਟਲਿਸਟ ਸੀ, ਐਕਟੀਵਿਸਟ ਸੀ, ਉਹ ਟਰੂਡੋ ਦੇ ਖੇਮੇ ਵਿੱਚ ਆ ਗਏ ਸੀ। ਉਹਨਾਂ ਨੇ ਟਰੂਡੋ ਦੇ ਹੱਕ ਵਿੱਚ ਵੋਟ ਪਾ ਦਿੱਤੀ ਸੀ ਕਿ ਜੀ ਇਹ ਪ੍ਰਾਈਮ ਮਿਨਿਸਟਰ ਇਹ ਤਾਂ ਇਹੋ ਜਿਹੀ ਗੱਲਾਂ ਕਰ ਰਿਹਾ ਜਿਹੜਾ ਕਿ ਅਸੀਂ ਚਾਹੁੰਦੇ ਹਾਂ ਕਿ ਫਿਊਚਰ ਜਨਰੇਸ਼ਨ ਵਾਸਤੇ ਐਨਵਾਇਰਮੈਂਟ ਨੂੰ ਬਚਾਇਆ ਜਾਵੇ। ਸੋ ਹੁਣ ਇਹ ਜਿਹੜਾ ਲੋਨ ਆ ਇਹ ਪਤੰਗ ਨਾਲ ਪਰਾਂਦਾ ਬੰਨ੍ਹਤਾ ਵੀ ਜੇ ਲੋਨ ਲੈਣਾ ਤਾਂ ਨਾਲ ਆਪਣਾ ਐਨਵਾਇਰਮੈਂਟ ਪਲਾਨ ਵੀ ਸਬਮਿਟ ਕਰਾਓ। ਪਰ ਇਹ ਚੱਕਰ ਇਹ ਵੀ ਹੁੰਦਾ ਨਾ, ਜੇ ਪਰਾਂਦਾ ਬਹੁਤਾ ਭਾਰਾ ਹੋਵੇ ਫਿਰ ਪਤੰਗ ਉੱਡਦਾ ਵੀ ਨਹੀਂ। ਅੱਛਾ ਵੀਰੇ, ਹੁਣ ਦੇਖੋ ਆਪਾਂ ਗੱਲ ਕਰ ਰਹੇ ਹਾਂ ਰਿਲੀਫ ਪਲਾਨ ਦੀ ਅਤੇ ਰਿਕਵਰੀ ਪਲਾਨ ਦੀ। ਗਵਰਨਮੈਂਟ ਵੱਲੋਂ ਬਹੁਤ ਤਰ੍ਹਾਂ ਦੇ ਵੱਖਰੇ ਵੱਖਰੇ ਬੈਨੀਫਿਟਸ ਮੁਹੱਈਆ ਕਰਾਏ ਜਾ ਰਹੇ ਨੇ, ਅਤੇ ਹੁਣ ਸਾਰੀ ਗੱਲ ਇੱਥੇ ਆ ਕੇ ਟਿਕੀ ਹੋਈ ਹੈ ਕਿ ਬੈਨੀਫਿਟ ਮੁਹੱਈਆ ਕਰਵਾਉਣਾ ਕਿਹਨੂੰ ਹੈ? ਸੈਕਟਰ ਨੂੰ ਐਜ਼ ਅ ਹੋਲ, ਕਿਉਂਕਿ ਪਹਿਲਾਂ ਬਹੁਤ ਗੱਲ ਚੱਲੀ ਸੀ ਕਿ ਸੈਕਟੋਰਲ ਬੈਨੀਫਿਟਸ ਦਾ ਐਲਾਨ ਕੀਤਾ ਜਾਏਗਾ ਜਸਟਿਨ ਟਰੂਡੋ ਵੱਲੋਂ, ਕਿ ਜਿਵੇਂ ਅਸੀਂ ਦੇਖਿਆ ਐਗਰੀਕਲਚਰ ਸੈਕਟਰ ਨੂੰ, ਫਿਸ਼ਰੀਜ਼ ਸੈਕਟਰ ਨੂੰ ਐਜ਼ ਅ ਸੈਕਟਰ ਉਹਨਾਂ ਨੂੰ ਫੰਡਿੰਗ ਦਿੱਤੀ ਗਈ।
ਦੂਜੇ ਪਾਸੇ ਹੁਣ ਥੋੜ੍ਹੀ ਦੇਰ ਪਹਿਲਾਂ ਹੀ NDP ਦੇ ਲੀਡਰ ਜਗਮੀਤ ਸਿੰਘ ਇੱਕ ਪ੍ਰੈਸ ਕਾਨਫਰੰਸ ਕਰਕੇ ਗਏ ਆ, ਕਿਉਂਕਿ ਅੱਜ ਮੰਨਿਆ ਜਾ ਰਿਹਾ ਕਿ ਬਿਜ਼ਨੈਸਿਸ ਵਾਸਤੇ ਜਸਟਿਨ ਟਰੂਡੋ ਨੇ ਹੋਰ ਐਲਾਨ ਕਰਨੇ ਨੇ ਜੀ। ਤੇ ਮੇ ਵੀ ਕੋਈ ਸੈਕਟੋਰਲ ਰਿਲੀਫ ਦੀ ਗੱਲ ਵੀ ਚੱਲ ਪਵੇ, ਕਿਉਂਕਿ ਪਿਛਲੇ ਹਫਤੇ 에ਅਰ ਕੈਨੇਡਾ ਨੇ ਅਨਾਉਂਸ ਕਰਤਾ ਕਿ ਜੀ ਅਸੀਂ ਤਾਂ 20-22 ਹਜ਼ਾਰ ਆਪਣਾ EMPLOYE ਹੋਰ ਲੇ ਆਫ ਕਰਨ ਲੱਗੇ ਹਾਂ। ਤੇ ਉਹ ਸਾਰੇ ਪ੍ਰੈਸ਼ਰ ਟੈਕਟਿਕਸ ਹੀ ਲੱਗ ਰਹੇ ਨੇ। ਐਗਜ਼ੈਕਟਲੀ। ਤੇ ਉਹਨੂੰ ਟੂ ਇਨਸ਼ੋਰ, ਹੁਣ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਜਗਮੀਤ ਸਿੰਘ ਨੇ ਆ ਕੇ ਇੱਕ ਸਟੇਟਮੈਂਟ ਦਿੱਤੀ, ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆ ਕੇ ਇਹੀ ਕਿਹਾ, ਕਹਿੰਦੇ ਕਿ ਗਵਰਨਮੈਂਟ ਨੀਡਸ ਟੂ ਮੇਕ ਸ਼ੋਰ, ਇਸ ਗੱਲ ਨੂੰ ਕਰਨਾ ਚਾਹੀਦਾ ਕਿ ਇਹ ਇਨਸ਼ੋਰ ਕਰਨਾ ਚਾਹੀਦਾ ਕਿ ਜਿਹੜੀ ਰਾਹਤ ਹੈ ਉਹ ਵਰਕਰ ਤੱਕ ਪਹੁੰਚੇ, ਕਿ ਇਹ ਨਾ ਹੋਵੇ ਕਿ ਤੁਸੀਂ ਸਿਰਫ ਕੰਪਨੀ ਨੂੰ ਪੈਸੇ ਦੇ ਦਿੱਤੇ ਤੇ ਉਹ ਅੱਗੇ ਥੱਲੇ ਕੋਈ ਟਾਈ ਅਪ ਹੋਵੇ ਹੀ ਨਾ। ਕਹਿੰਦੇ ਯੂ ਨੀਡ ਟੂ, ਉਹਨਾਂ ਨੇ ਐਗਜ਼ੈਕਟਲੀ ਇਹ ਕਿਹਾ, ਕਹਿੰਦੇ ਦੇ ਸ਼ੁੱਡ ਬੀ ਸਮ ਸਟ੍ਰਿੰਗਸ ਅਟੈਚਡ, ਕਿ ਜੋ ਤੁਸੀਂ ਕੰਪਨੀ ਨੂੰ ਪੈਸੇ ਦਿੱਤੇ ਨੇ ਮੇਕ ਸ਼ੋਰ ਕਿ ਉਹ ਟ੍ਰਿਕਲ ਡਾਊਨ ਹੋ ਕੇ ਥੱਲੇ ਵਰਕਰ ਤੱਕ ਉਹ ਮਦਦ ਪਹੁੰਚੇ। ਤੇ ਹੁਣ ਸਾਰੀ ਦੀ ਸਾਰੀ, ਹੁਣ ਦੇਖੋ ਪੋਲੀਟਿਕਸ ਜਿਹੜੀ ਹੈ ਨਾ, ਹੁਣ ਆਪਣੇ ਉਹ ਨਜ਼ਰ ਆਉਣ ਲੱਗ ਪਈ ਆਈਡੀਓਲੋਜੀ ਜੀ। BC ਦੇ ਵਿੱਚ NDP, ਉਹਨਾਂ ਨੇ ਉਹ ਕਹਿ ਰਹੇ ਕਿ ਡਾਇਰੈਕਟਲੀ ਵਰਕਰਸ ਦਾ ਫੋਕਸ ਹੋਏਗਾ। ਫੈਡਰਲ NDP ਉਹਨਾਂ ਨੇ ਵੀ ਕਲੀਅਰਲੀ ਆ ਕੇ ਕਹਿ ਦਿੱਤਾ ਕਿ ਵਰਕਰ ਨੂੰ ਬੈਨੀਫਿਟ ਦਿਓ। ਤੇ ਲਿਬਰਲ ਸਰਕਾਰ ਦੇ ਆਰ ਪਲੇਇੰਗ ਅ ਬੈਲੈਂਸਡ ਗੇਮ, ਜੇ ਟਰਾਈਕ ਸੈਕਟਰਸ ਨੂੰ ਵੀ ਦੇਈ ਜਾ ਰਹੇ ਨੇ ਤੇ ਨਾਲ ਵਰਕਰਸ ਵਾਸਤੇ ਬੈਨੀਫਿਟ ਜਿਵੇਂ ਕਿ CERB ਜਾਂ ਫਿਰ ਵੇਜ ਸਬਸਿਡੀ ਬੈਨੀਫਿਟਸ, ਇਹ ਸਾਰੇ ਜਿਹੜੇ ਨੇ ਉਹ ਵੀ ਅਨਾਉਂਸ ਕੀਤੇ ਹੋਏ ਆ। ਤੇ ਉਧਰੋਂ ਕੰਜ਼ਰਵੇਟਿਵਸ ਵੱਲੋਂ ਇਹ ਗੱਲਾਂ ਚੱਲਦੀਆਂ ਰਹੀਆਂ ਨੇ, ਕਹਿੰਦੇ ਕਿ ਦੇਖੋ ਜਿਹੜਾ ਤੁਹਾਡਾ CERB ਵਾਲਾ ਬੈਨੀਫਿਟ ਹੈ ਲੋਕਾਂ ਨੂੰ ਡਾਇਰੈਕਟਲੀ ਜਾ ਰਿਹਾ, ਇਹਨੂੰ ਰੋਲ ਬੈਕ ਕਰੋ, ਕਿਉਂਕਿ ਲੋਕੀ ਹੁਣ ਕਈ ਅਜਿਹੇ ਨੇ ਜਿਹੜੇ ਕੰਮ ਤੇ ਵਾਪਸ ਜਾਣ ਦਾ ਇਨਸੈਂਟਿਵ ਹੀ ਨਹੀਂ ਰਿਹਾ ਤੇ ਉਹਨਾਂ ਨੂੰ ਤੇ CERB ਤੋਂ ਜ਼ਿਆਦਾ ਪੈਸੇ ਬਣੀ ਜਾਂਦੇ ਨੇ, ਜਾਂ ਫਿਰ ਉਹ ਜਿਹੜੀ ਬਿਜ਼ਨਸ ਹੈ ਤੇ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਸਪੋਰਟ ਦੇਣ ਦੇ ਵਾਸਤੇ ਗੱਲ ਕਰਦੇ ਰਹੇ ਨੇ। ਤੇ ਜਗਮੀਤ ਸਿੰਘ ਦੂਜੇ ਪਾਸੇ ਇਹ ਗੱਲ ਕਰਦੇ ਨੇ ਕਿ ਜੀ ਜੇ ਲੋਕਾਂ ਨੂੰ CERB ਦੇ ਪੈਸੇ ਜਾ ਰਹੇ ਨੇ ਤੇ ਤੁਹਾਨੂੰ ਲੱਗਦਾ ਕਿ ਵੀ ਲੋਕੀ ਇਹਦਾ ਮਿਸਯੂਜ਼ ਕਰ ਰਹੇ ਨੇ, ਇਸ ਤੋਂ ਪਹਿਲਾਂ ਇਹ ਵੀ ਵੇਖੋ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਸਪੈਸੀਫਿਕਲੀ ਲੌਬਲਾਜ਼ ਦਾ ਨਾਮ ਉਹ ਲੈਂਦੇ ਰਹੇ ਨੇ ਕਿ ਲੌਬਲਾਜ਼ ਵਰਗੀਆਂ ਕੰਪਨੀਆਂ ਨੇ ਕਈ $1 ਮਿਲੀਅਨ ਆਪਣੇ ਟੈਕਸ ਹੇਵਨਸ ਦੇ ਵਿੱਚ ਰੱਖੇ ਨੇ। ਤੇ ਕਹਿੰਦੇ ਉਧਰ ਵੀ ਧਿਆਨ ਦਿੱਤਾ ਜਾਵੇ। ਉਹ CERB ਨੂੰ ਯੂਨੀਵਰਸਲ ਕਰਨ ਦੀ ਗੱਲ ਕਰ ਰਹੇ ਨੇ ਤੇ ਸਿਕ ਪੇਡ ਲੀਵ ਨੂੰ ਵੀ ਕਹਿ ਰਹੇ ਨੇ ਕਿ ਮੈਂਡੇਟਰੀ ਕਰੋ। ਤੇ ਇਹਦੇ ਨਾਲ ਹੁਣ ਪੋਲੀਟੀਕਲ ਆਈਡੀਓਲੋਜੀ ਵੀ ਹੁਣ ਸਾਫ਼ ਨਜ਼ਰ ਆ ਰਹੀ ਹੈ। ਹੁਣ ਨਾਲ ਜਾਂ ਹੁਣ ਜਿਹੜੇ ਗੋਇੰਗ ਹੈਂਡ ਇਨ ਹੈਂਡ, ਹੁਣ ਹੈਂਡ ਇਨ ਹੈਂਡ ਜਾ ਰਹੀ ਹੈ। ਜਾਂ ਫਿਰ ਇਹ ਕਹਿ ਲਓ ਕਿ ਜਿਹੜੀਆਂ ਪਹਿਲਾਂ ਹੁਣ ਕੱਲੀਆਂ ਪਤੰਗਾਂ ਉੱਡਦੀਆਂ ਦਿਖਦੀਆਂ ਸੀ ਵੱਖੋ ਵੱਖਰੀਆਂ ਪਾਰਟੀਆਂ ਦੀਆਂ, ਕਈ ਵਾਰ ਤਾਂ ਇਹ ਲੱਗਦਾ ਸੀ ਕਿ ਡੋਰਾਂ ਵੱਖੋ ਵੱਖਰੀਆਂ ਨੇ, ਪਤੰਗ ਇੱਕੋ ਹੀ ਆ, ਜੋ ਬਹੁਤ ਚੰਗੀ ਗੱਲ ਸੀ। ਹੁਣ ਉਹ ਪਤੰਗਾਂ ਵੀ ਅਲੱਗ-ਅਲੱਗ ਹੋ ਰਹੀਆਂ ਨੇ ਤੇ ਪਤੰਗਾਂ ਨਾਲ ਬੰਨੇ ਹੋਏ ਪਰਾਂਦੇ ਵੀ ਹੁਣ ਸਾਫ਼ ਨਜ਼ਰ ਆਉਣ ਲੱਗੇ, ਲਾਲ, ਨੀਲੇ, ਸੰਤਰੀ ਜੀ। ਅੱਛਾ ਵਾਸੂ, ਜੇ ਵਾਪਸ BC ਵੱਲ ਨੂੰ ਆਈਏ, ਜਿਹੜੀ ਕਿ BC ਦੇ ਰਿਕਵਰੀ ਪਲਾਨ ਦੀ ਗੱਲ ਸੀ, ਉਹਦੇ ਵਿੱਚ ਮੈਨੂੰ ਲੱਗਦਾ ਕਿ ਆਉਣ ਦੇ ਟਾਈਮ ਦੇ ਵਿੱਚ ਇੱਕ ਇਹਦੇ ਵਾਸਤੇ ਜਿਹੜਾ ਇੱਕ ਲੂਪ ਹੋਲ ਹੈ ਨਾ, ਜਾਂ ਇਹਦੀ ਇੱਕ ਨਖੇਦੀ ਹੋਣੀ ਹੈ, ਇਸ ਗੱਲ ਤੇ ਜ਼ਰੂਰ ਹੋ ਸਕਦੀ ਹੈ। ਫੈਡਰਲ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਿਹੜੇ ਸ਼ਵਲ ਰੈਡੀ ਪ੍ਰੋਜੈਕਟਸ ਨੇ, ਜਿਹਦਾ ਪਲਾਨ ਤੁਹਾਡਾ ਬਣਿਆ ਪਿਆ, ਸਿਰਫ ਪੈਸਿਆਂ ਦੀ ਕਮੀ ਕਰਕੇ ਤੁਸੀਂ ਅਜੇ ਉਹ ਪ੍ਰੋਜੈਕਟ ਅੱਗੇ ਨਹੀਂ ਤੋਰ ਸਕਦੇ। ਜਦੋਂ ਹੁਣ ਰਿਕਵਰੀ ਦੀ ਗੱਲ ਆਉਣੀ ਹੈ ਤਾਂ ਫੈਡਰਲ ਸਰਕਾਰ ਵੱਲੋਂ ਸ਼ਵਲ ਰੈਡੀ ਪ੍ਰੋਜੈਕਟਸ ਵਾਸਤੇ ਪੈਸੇ ਮੁਹੱਈਆ ਕਰਵਾਏ ਜਾਣਗੇ ਤੇ ਕਈ $1 ਬਿਲੀਅਨ ਨੇ ਵਿਚ ਆਰ ਰੈਡੀ ਟੂ ਗੋ। ਤੇ ਇਹ ਉਹਦੇ ਨਾਲ ਇਕਨੋਮਿਕ ਬੂਸਟ ਹੋਏਗਾ, ਜੌਬ ਕ੍ਰੀਏਸ਼ਨ ਹੋਏਗੀ। ਤੇ ਹੁਣ BC ਨੇ ਜੇ ਉਸ ਬੈਨੀਫਿਟ ਉਸ ਜਿਹੜਾ ਇੱਕ ਬੈਨੀਫਿਟ ਹੈ ਉਹਦੇ ਵਿੱਚੋਂ ਕੋਈ ਹੋਰ ਲਾਭ ਨਾ ਲਿਆ ਤਾਂ ਆਪੋਜੀਸ਼ਨ ਨੇ ਜ਼ਰੂਰ ਕਹਿਣਾ ਕਿ ਅਜਿਹੇ ਇੱਥੇ ਕਾਫੀ ਇਨਫਰਾਸਟਰਕਚਰ ਪ੍ਰੋਜੈਕਟ ਸੀ ਜਿਨ੍ਹਾਂ ਦੇ ਵਿੱਚ ਕਿ BC ਦੀ ਸਰਕਾਰ ਫੈਡਰਲ ਸਰਕਾਰ ਨਾਲ ਸਹਿਯੋਗ ਲੈ ਕੇ ਇਹ ਕੰਮ ਕਰ ਸਕਦੀ ਸੀ। ਪਰ ਨਾਲ ਹੀ ਕੱਲ੍ਹ ਇਹ ਗੱਲ ਵੀ ਕਹੀ ਹੈ ਕੈਰਲ ਜੇਮਸ ਨੇ, ਕਹਿੰਦੇ ਸਾਡਾ $20 ਬਿਲੀਅਨ ਦਾ ਕੈਪੀਟਲ ਪਲਾਨ ਆਲਰੇਡੀ ਹੈਗਾ। ਉਹਦੇ ਵਿੱਚੋਂ ਅੱਧਾ ਇਸੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਕੂਲਸ, ਹੌਸਪੀਟਲਸ, ਰੋਡਸ, ਬ੍ਰਿਜਿਸ, ਟ੍ਰਾਂਜ਼ਿਟ, ਹਾਊਸਿੰਗ ਤੇ BC ਹਾਈਡਰੋ ਦੇ ਪ੍ਰੋਜੈਕਟਸ ਤੇ ਖਰਚਿਆ ਜਾਣਾ। ਤੇ ਨਾਲ ਇਸੇ ਸਾਲ ਕਿਉਂ, ਅਗਲੇ ਸਾਲ ਕੀ ਹੈ, ਇਲੈਕਸ਼ਨ। ਤੇ ਵਿਜੇ ਨਾਲ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ, ਕਹਿੰਦੇ ਕਿ ਸਾਨੂੰ BC ਦੀ ਬਿਜ਼ਨਸ ਕਾਊਂਸਲ ਦੀ ਸਪੋਰਟ ਹੈਗੀ ਹੈ ਕਿ ਅਸੀਂ ਜੇ ਵਰਕਰਸ ਨੂੰ ਸਿੱਧੀ ਮਦਦ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਅਸੀਂ ਐਂਟੀ ਬਿਜ਼ਨਸ ਹੈਗੇ ਹਾਂ। ਉਹਨਾਂ ਨੇ ਦੇਖੋ ਇਹ ਵੀ ਨਾਲ ਬੈਲੈਂਸ ਕਰਨਾ ਜ਼ਰੂਰੀ ਹੈ ਨਾ ਸਰਕਾਰ ਲਈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ, ਕਹਿੰਦੇ ਕਿ ਜਿਹੜੇ ਫੈਡਰਲ ਪ੍ਰੋਗਰਾਮਸ, ਕਹਿੰਦੇ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਹੈ ਜੇ ਕੋਈ ਫੈਡਰਲ ਸਰਕਾਰ ਵੱਲੋਂ ਮਦਦ ਹੋ ਰਹੀ ਹੈ ਮੁਹੱਈਆ ਤੇ ਅਸੀਂ ਕਹਿੰਦੇ ਉਹਨੂੰ ਟੈਪ ਇਨ ਕੀਤਾ ਹੋਇਆ ਕਿ ਅਸੀਂ ਉਹ ਵੀ ਫੈਡਰਲ ਵੀ ਕਹਿੰਦੇ ਕੋਈ ਵੀ ਮਦਦ ਅਸੀਂ ਛੱਡਾਂਗੇ ਨਹੀਂ ਜੀ। ਤੇ ਪਰ ਜਿਵੇਂ ਤੁਸੀਂ ਕਿਹਾ ਕਿ BC ਦਾ ਜਿਹੜਾ ਆਪਣਾ ਕੈਪੀਟਲ ਪਲਾਨ ਹੈਗਾ ਉਹ ਕਾਫੀ ਸੋਲਿਡ ਹੈ, $20 ਬਿਲੀਅਨ ਦਾ ਵਿਜੇ ਫॉर 3 ਇਅਰਸ। ਇਟਸ ਅ ਫੇਅਰਲੀ ਸੋਲਿਡ ਪਲਾਨ। $20 ਬਿਲੀਅਨ ਨੇ ਫॉर 3 ਇਅਰਸ, ਉਹ 3 ਸਾਲਾਂ ਦਾ ਪਲਾਨ ਹੈ। ਇਹ ਸਹੀ ਗੱਲ ਹੈ ਤੁਹਾਡੀ, ਪਰ ਉਹਦਾ ਅੱਧਾ ਪੋਰਸ਼ਨ ਅਗਲੇ ਇਸੇ ਸਾਲ ਦੇ ਵਿੱਚ ਖਰਚ ਕੀਤੇ ਜਾਣ ਦੀ ਤਜਵੀਜ਼ ਹੈ। ਅਗਲੇ ਸਾਲ ਵੋਟਾਂ ਵੀ ਪੈਣੀਆਂ। ਇਲੈਕਸ਼ਨ ਈਅਰ ਹੈ। ਇਲੈਕਸ਼ਨ ਈਅਰ ਦੇ ਵਿੱਚ ਤੇ ਫਿਰ ਬਹੁਤ ਕੁਝ ਹੁੰਦਾ ਹੈ ਨਾ।
ਵਾਸੂ ਚਲੋ ਵੇਖਦੇ। ਅੱਛਾ, ਐਂਡਰੂ ਵਿਲਕਿਨਸਨ ਨੇ ਇਹਦੇ ਬਾਰੇ ਕੀ ਗੱਲ ਕਹੀ ਆ, ਉਹ ਗੱਲ ਦੱਸਣੀ ਵੀ ਜ਼ਰੂਰੀ ਆ। ਉਹਨਾਂ ਨੇ ਕਿਹਾ ਠੀਕ ਹੈ ਜੀ, ਕਹਿੰਦੇ ਜੋ ਵੀ ਪੈਂਡੈਮਿਕ ਦਾ ਹੁਣ ਇਕਨੋਮਿਕ ਰਿਕਵਰੀ ਦਾ ਰਿਸਪੌਂਸ ਆ, ਕਹਿੰਦੇ ਇਹ ਜ਼ਿਆਦਾ ਕੰਮ ਤੇ ਫੈਡਰਲ ਸਰਕਾਰ ਕਰ ਰਹੀ ਆ। ਕਹਿੰਦੇ ਪ੍ਰੋਵਿੰਸ਼ਲ ਸਰਕਾਰ ਨੂੰ ਅਸੀਂ ਇਹ ਕਿਹਾ ਸੀ ਕਿ PST ਮਾਫ ਕਰ ਦਿਓ, ਅਸੀਂ ਇਹ ਸਲਾਹ ਦਿੱਤੀ ਸੀ, ਸਾਡੀ ਸਲਾਹ ਤੇ ਮੰਨੀ ਨਹੀਂ ਗਈ। ਤੇ ਕਹਿੰਦੇ ਜਿਹੜਾ ਪ੍ਰੋਵਿੰਸ਼ਲ ਸਰਕਾਰ ਨੇ ਇਕੋਨਮੀ ਨੂੰ ਰੀਓਪਨ ਕਰਨ ਦਾ ਪਲਾਨ ਵੀ ਦਿੱਤਾ, ਉਹ ਵੀ ਐਵੇਂ ਵੇਗ ਜਿਹਾ ਪਲਾਨ ਆ, ਉਹਦੇ ਵਿੱਚ ਕੋਈ ਇੰਨੀ ਸਪਸ਼ਟ ਗੱਲਾਂ ਹੈ ਨਹੀਂ। ਸੋ ਸਾਨੂੰ ਨਹੀਂ ਪਤਾ ਉਹ ਕਿੰਨਾ ਸਾਰਥਕ ਸਿੱਧ ਹੋਏਗਾ। ਇਹ ਐਂਡਰੂ ਵਿਲਕਿਨਸਨ ਆਪੋਜੀਸ਼ਨ ਲੀਡਰ ਦਾ ਕਹਿਣਾ। ਵੀਰੇ, the biggest disservice you can do to yourself as opposition is exactly this। ਹਾਂ, ਤੁਸੀਂ ਗਵਰਨਮੈਂਟ ਦਾ ਤਾਂ ਕਹਿਤਾ ਕਿ ਇਹਨਾਂ ਦਾ ਪਲਾਨ ਵੇਗ ਹੈ, ਹਾਂ, ਤੁਸੀਂ ਆਪ ਦੱਸੋ ਹਾਂ ਕਿ ਤੁਹਾਡਾ ਪਲਾਨ ਕੀ ਸੁਜੈਸਟ ਹੈ। ਐਨ ਆਲਟਰਨੇਟਿਵ। ਹਾਂ, ਉਹਨਾਂ ਦਾ ਆਲਟਰਨੇਟਿਵ ਇੱਕ ਇਹੀ ਸੀ ਕਿ ਜਿਹੜੇ ਟੈਕਸਿਸ ਨੇ ਉਹ ਮਾਫ ਕਰ ਦਿਓ। ਮਾਫ ਕਰ ਦਿਓ ਨਾ, ਹਾਂ। ਫਿਰ ਪੈਸੇ ਕਿੱਥੋਂ ਆਣਗੇ? ਹਾਂ, ਗੱਲ ਇਹ ਆ। ਸੋ ਦੇਖਦੇ ਹਾਂ ਇਹਦੇ ਵਿੱਚੋਂ ਅਜੇ ਹੋਰ ਕੀ ਕੁਝ ਨਿਕਲਦਾ, ਕਿਉਂਕਿ ਜਿਉਂ-ਜਿਉਂ ਹੁਣ ਇਸ ਪੈਂਡੈਮਿਕ ਚੋਂ ਨਿਕਲ ਕੇ ਜਾਂ ਇਕਨੋਮਿਕ ਰਿਕਵਰੀ ਦੀ ਗੱਲ ਹੋ ਰਹੀ ਹੈ ਨਾ, ਦੇਖੋ ਜਿੱਥੇ ਤੱਕ ਤੇ ਗੱਲ ਸੀ ਸਿਹਤ ਦੀ ਤੇ ਸਿਹਤ ਦੀ ਸੁਰੱਖਿਆ ਦੀ, ਉਦੋਂ ਤੱਕ ਸਾਰੀਆਂ ਪਾਰਟੀਆਂ ਇਕਜੁੱਟ ਸੀ, ਉਸ ਚੀਜ਼ ਤੇ ਪੂਰੀ ਦੀ ਪੂਰੀ ਸਪੋਰਟ ਮਿਲਦੀ ਰਹੀ। ਪਰ ਹੁਣ ਜਿਉਂ-ਜਿਉਂ ਇਕਨੋਮਿਕ ਰਿਕਵਰੀ ਦੀ ਗੱਲ ਹੋਣੀ ਆ, ਇਹਦੇ ਵਿੱਚ ਹੋਏਗਾ ਕਿ ਕੁਝ ਸੈਕਟਰਸ ਨੂੰ ਜ਼ਿਆਦਾ ਬੈਨੀਫਿਟ ਮਿਲ ਜਾਣਾ, ਕੁਝ ਸੈਕਟਰਸ ਪਛੜ ਜਾਣਗੇ, ਕੁਝ ਸੈਕਟਰਸ ਸ਼ਾਇਦ ਉਹ ਲੈਵਲ ਕਦੇ ਅਟੇਨ ਹੀ ਨਾ ਕਰ ਸਕਣ ਛੇਤੀ ਕਿਤੇ, ਜਿਹੜਾ ਕਿ ਪੈਂਡੈਮਿਕ ਤੋਂ ਪਹਿਲਾਂ ਸੀਗਾ। ਜਿਉਂ-ਜਿਉਂ ਹੁਣ ਇਹ ਪਰਤਾਂ ਖੁੱਲ੍ਹਣਗੀਆਂ, ਉਹਦੇ ਵਿੱਚੋਂ ਫਿਰ ਪੋਲੀਟੀਕਲ ਨੈਰੇਟਿਵ ਹੋਰ ਜ਼ਿਆਦਾ ਸਟਰੋਂਗ ਉੱਭਰ ਕੇ ਆਏ।